ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਮਨ ਜੋੜਨਾ ਕਰੀਏ। ਮਨ ਜੁੜੇਗਾ ਸਤਿਗੁਰਾਂ ਦੇ ਚਰਨਾਂ ਵਿੱਚ। ਇਹ ਜੋ ਮਾਨਸ ਜਨਮ ਸਾਨੂੰ ਮਿਲਿਆ ਹੈ, ਇਹ ਬੜਾ ਕੀਮਤੀ ਹੈ, ਬੜਾ ਦੁਰਲੱਭ ਹੈ। ਐਵੇਂ ਦੁਨੀਆ ਦੇ ਨਾਲ ਚੰਬੜ ਕੇ ਲੰਘਦਾ ਜਾ ਰਿਹਾ ਹੈ। ਰੋਜ਼ ਰਾਤ ਦਿਨੇ ਉਮਰ ਮੁੱਕਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਐਵੇਂ ਭੁਲੇਖਾ ਜਿਹਾ ਬਣਿਆ ਹੋਇਆ ਹੈ ਕਿ ਬੰਦਾ ਵੱਡਾ ਹੋ ਰਿਹਾ ਹੈ। ਇਸ ਭੁਲੇਖੇ ਦੇ ਵਿੱਚ ਇਹ ਭੁੱਲ ਜਾਂਦਾ ਹੈ ਕਿ ਮੈਂ ਤਾਂ ਛੋਟਾ ਹੋ ਰਿਹਾ ਹਾਂ, ਮੇਰੀ ਉਮਰ ਤਾਂ ਘਟ ਰਹੀ ਹੈ, ਵੱਧ ਨਹੀਂ ਰਹੀ। ਉਂਝ ਕਹਿ ਦਈਦਾ ਹੈ ਬੰਦਾ ਵੱਡਾ ਹੋ ਰਿਹਾ ਹੈ। ਸੋ ਜ਼ਿੰਦਗੀ ਮਿਲੀ ਹੈ ਨਾਮ ਜਪਣ ਵਾਸਤੇ, ਮਾਨਸ ਜਨਮ ਮਿਲਿਆ ਹੈ, ਉਸ ਨੂੰ ਬੰਦੇ ਨੇ ਭੁਲਾ ਦਿੱਤਾ ਹੈ। ਸਤਿਗੁਰਾਂ ਦੇ ਹੁਕਮ ਹਨ, ਮਾਨਸ ਜਨਮ ਦਿਓ ਜਿਹ ਠਾਕੁਰ, ਸੋ ਤੈਂ ਕਿਉਂ ਬਿਸਰਾਇਓ। ਜਿਸ ਵਾਹਿਗੁਰੂ ਜੀ ਨੇ, ਅਕਾਲ ਪੁਰਖ ਜੀ ਨੇ ਮਾਨਸ ਜਨਮ ਦਿੱਤਾ ਹੈ, ਹਿਊਮਨ ਬੋਡੀ ਦਿੱਤੀ ਹੈ, ਉਸ ਅਕਾਲ ਪੁਰਖ ਨੂੰ ਤੂੰ ਕਿਉਂ ਵਿਸਾਰ ਛੱਡਿਆ, ਕਿਉਂ ਭੁਲਾ ਛੱਡਿਆ। ਸੋ ਮਨ ਜੋੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਵਿੱਚ, ਜੁਗੋ ਜੋਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੋ ਸਾਨੂੰ ਸਿੱਖਿਆ ਦਿੰਦੇ ਹਨ, ਸਮਝਾਉਂਦੇ ਹਨ ਕਿ ਭਾਈ ਨਾਮ ਜਪੋ, ਨਾਮ ਜਪੋ, ਨਾਮ ਜਪੋ, ਚੰਗੇ ਕਰਮ ਕਰੋ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਜਿਸ ਨੇ ਸਾਰੀ ਦੁਨੀਆ ਬਣਾਈ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸਾਰਿਆਂ ਜੀਆਂ ਨੂੰ ਉਸ ਵਾਹਿਗੁਰੂ ਦਾ ਜਾਪ ਕਰੋ। ਇਸ ਰਸਨਾ ਦੇ ਨਾਲ ਆਖਦੇ ਰਿਹਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਜਨਮ ਸਾਖੀ ਦੇ ਵਿੱਚੋਂ ਆਪ ਜੀ ਸਾਖੀਆਂ ਸਰਵਣ ਕਰਦੇ ਰਹਿੰਦੇ ਹੋ। ਦਾਸਰਾ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਦਿਲਬਾਗ ਸਿੰਘ ਆਪ ਜੀ ਦਾ ਸੇਵਾਦਾਰ। ਇਹ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਹੈ। ਹੋਰ ਵੀ ਬੜਾ ਕੁਝ ਇਸ ਜਨਮ ਸਾਖੀ ਦੇ ਵਿੱਚ ਪ੍ਰਿੰਟਡ ਹੈ। ਉਹਨੇ ਕੁ ਬਚਨ ਦਾਸ ਪੜ੍ਹਦਾ ਹੈ, ਜਿਨ੍ਹਾਂ ਦੇ ਨਾਲ ਇਹ ਮਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਵੇ। ਤੇ ਜੋ ਬਾਬਾ ਜੀ ਜਪਾਉਂਦੇ ਹਨ, ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਉਸ ਵਾਹਿਗੁਰੂ ਜੀ ਨੂੰ, ਅਕਾਲ ਪੁਰਖ ਜੀ ਨੂੰ, ਪਰਮੇਸ਼ਰ ਜੀ ਨੂੰ, ਜਿਸ ਤੋਂ ਮਨ ਵਿਛੜ ਗਿਆ ਹੈ, ਦੂਰ ਹੋ ਗਿਆ ਹੈ, ਹੋਰ ਹੀ ਜਾਪ ਕਰਦਾ ਰਹਿੰਦਾ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਤੇ ਹੁਕਮ ਕੀਤੇ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸੈਭੰ ਗੁਰ ਪ੍ਰਸਾਦ। ਅੱਗੋਂ ਹੁਕਮ ਕਰ ਦਿੱਤੇ ਹਨ, ਜਪਣਾ ਕਿਹਨਾਂ ਨੂੰ ਹੈ। ਜਪ
ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਵੀ ਸੱਚ। ਜਨਮ ਸਾਖੀ ਵਿੱਚ ਵੀ ਫਰਮਾਇਆ ਹੈ, ਜਿਹੜੇ ਇਸ ਜਾਪ ਨੂੰ ਜਪਦੇ ਹਨ ਇੱਕ ਓਂਕਾਰ ਜੀ ਨੂੰ, ਉਹਨਾਂ ਨੂੰ ਕਦੀ ਟੋਟਾ ਨਹੀਂ ਆਉਂਦਾ। ਉਹ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ, ਉਹ ਸੱਚ ਨਾਲ ਜੁੜ ਜਾਂਦੇ ਹਨ। ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ ਚੁਣ ਚੁਣ ਕੇ ਦਾਸਰਾ ਆਪ ਜੀ ਨੂੰ ਸੁਣਾਉਂਦਾ ਰਹਿੰਦਾ ਹੈ, ਤਾਂ ਕਿ ਮਨ ਨੂੰ, ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਮਾਤਾਵਾਂ, ਮਾਤਾ ਪਿਤਾ, ਜਿੰਨਾ ਵੀ ਕਿਸੇ ਦਾ ਪਰਿਵਾਰ ਸੀ, ਜਦੋਂ ਬਚਪਨ ਹੁੰਦੇ ਸਨ ਤਾਂ ਉਸ ਵੇਲੇ ਜਨਮ ਸਾਖੀ ਦੀ ਕਥਾ ਹੀ ਘਰਾਂ ਵਿੱਚ ਬੱਚਿਆਂ ਨੂੰ ਮਾਤਾਵਾਂ ਭੈਣਾਂ ਸੁਣਾਇਆ ਕਰਦੀਆਂ ਸਨ। ਸਾਰੇ ਆਪਸ ਵਿੱਚ ਸੁਣਿਆ ਕਰਦੇ ਸਨ, ਫਿਰ ਸੌਂ ਜਾਇਆ ਕਰਦੇ ਸਨ। ਮਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ, ਅਕਾਲ ਪੁਰਖ ਜੀ ਦੇ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਇਆ ਕਰਦਾ ਸੀ। ਹੁਣ ਮਨ ਬੜਾ ਸਿਆਣਾ ਹੋ ਗਿਆ ਹੈ, ਬੜੀ ਦੂਰ ਨਿਕਲ ਗਿਆ ਹੈ, ਸੱਚ ਕੀ ਹੈ ਢੂੰਡਦਾ ਰਹਿੰਦਾ ਹੈ, ਆਪਣੀਆਂ ਮਨ ਮਰਜ਼ੀਆਂ ਕਰਦਾ ਰਹਿੰਦਾ ਹੈ, ਚੰਚਲ ਬਣਿਆ ਪਿਆ ਹੈ, ਸੱਟਾਂ ਵੀ ਤਾਈਓ ਖਾਂਦਾ ਹੈ। ਮਨ ਚੰਚਲ ਬਹੁਤ ਚੋਟਾਂ ਖਾਵੇ, ਬੱਚਿਆਂ ਵਰਗਾ ਸੁਭਾਅ ਇਸ ਮਨ ਦਾ ਬਣ ਗਿਆ ਹੈ। ਇੱਕ ਸ਼ਾਹ ਸਰਫ ਸੀ, ਜਦੋਂ ਸਤਿਗੁਰਾਂ ਦਾ ਉਸ ਨਾਲ ਮੇਲ ਹੋਇਆ, ਲੱਭ ਲੈਣਾ ਜਨਮ ਸਾਖੀ ਦੇ ਵਿੱਚੋਂ ਅੰਗ ਦਾਸ ਦੱਸ ਦਿੰਦਾ ਹੈ, ਪੇਜ 126 ਹੈ। ਉਂਝ ਸਾਰੀ ਜਿਵੇਂ ਜਿਵੇਂ ਜਨਮ ਸਾਖੀ ਲਿਖੀ ਹੈ, ਦਾਸਰਾ ਪੜ੍ਹੇ ਤਾਂ ਅੱਖਰ ਔਖੇ ਹਨ, ਛੇਤੀ ਕੀਤਿਆਂ ਸਮਝ ਨਹੀਂ ਪੈਂਦੀ ਸਾਰਿਆਂ ਨੂੰ, ਇਸ ਕਰਕੇ ਦਾਸਰਾ ਕਥਾ ਕਰਦਾ ਜਾਂਦਾ ਹੈ। ਵਿੱਚੋਂ ਜੋ ਮੇਨ ਹੁਕਮ ਹਨ ਸਤਿਗੁਰਾਂ ਦੇ, ਉਹਨਾਂ ਨੂੰ ਚੁਣ ਚੁਣ ਕੇ ਸਾਧ ਸੰਗਤ ਤੱਕ ਪਹੁੰਚਾ ਦਿੰਦਾ ਹੈ। ਆਪਣੇ ਮਨ ਤੇ ਵੀ ਮੇਰੇ ਬੜਾ ਸਤਿਗੁਰਾਂ ਦਾ ਕਿਹਾ ਹੋਇਆ ਟਿਕਦਾ ਹੈ, ਮੇਰਾ ਮਨ ਵੀ ਸ਼ਾਂਤ ਹੁੰਦਾ ਹੈ। ਜੋ ਵੀ ਇਹਨਾਂ ਸਾਖੀਆਂ ਨੂੰ ਸੁਣਦਾ ਹੈ, ਉਹਦਾ ਮਨ ਜ਼ਰੂਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੇਗਾ, ਕਿਉਂਕਿ ਧੰਨ ਗੁਰੂ ਨਾਨਕ ਪੂਰੇ ਹਨ। ਨਾਨਕ ਗੁਰੂ ਹੈ ਪੂਰਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇੱਕ ਸ਼ਾਹ ਸਰਫ ਮਿਲਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ। ਅੰਗ ਹੈ 126, ਜਨਮ ਸਾਖੀ ਭਾਈ ਬਾਲਾ ਜੀ ਵਾਲੀ ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਜੀ ਦੀ ਫਰਮ ਤੋਂ ਪ੍ਰਿੰਟਡ ਹੋਈ। ਤਾਂ ਸ਼ਾਹ ਸਰਫ ਜਿਹੜਾ ਸੀ, ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਿਆ, ਭਾਈ ਬਾਲਾ ਜੀ ਨੂੰ, ਮਰਦਾਨਾ ਜੀ ਨੂੰ, ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਉਹਨੂੰ ਇੰਜ ਲੱਗਾ ਇਹ ਪੂਰਨ ਗੁਰੂ ਹਨ, ਇਹ ਪੂਰਨ ਗੁਰੂ ਹਨ। ਕਿਉਂਕਿ ਮਨ ਵਿੱਚੋਂ ਆਵਾਜ਼ ਆ ਗਈ ਤੇ ਬੜੇ ਪ੍ਰਸ਼ਨ ਕੀਤੇ ਸ਼ਾਹ ਸਰਫ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ। ਇੱਕ ਫਕੀਰੀ ਦਾ ਪ੍ਰਸ਼ਨ ਵੀ ਕੀਤਾ ਜਦੋਂ ਮਿਲਿਆ ਸਤਿਗੁਰਾਂ ਨੂੰ, ਧੰਨ 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 ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ। ਨਾਨਕ ਗੁਰੂ ਹੈ ਪੂਰਾ। ਉਂਝ ਵੀ ਜਦੋਂ ਉਧਰ ਗਏ ਹਨ ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨ ਸਕੈ ਕੁਦਰਤ ਕੋਈ। ਜਦੋਂ ਆਖਿਆ ਹੈ, ਅੱਜ ਵੀ ਉਹ ਸ਼ਬਦ ਪੜ੍ਹੇ ਜਾਂਦੇ ਹਨ ਹਰਿਮੰਦਰ ਸਾਹਿਬ ਜੀ ਦੇ ਵਿੱਚ ਵੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ। ਬਾਬਾ ਆਖੇ ਹਾਜੀਆਂ ਸ਼ੁਭ ਅੰਬਲਾਂ ਬਾਝੋਂ ਦੋਨੋਂ ਹੀ ਰੋਈ,
ਦੋਵੇਂ ਰੋਣਗੇ ਜੇ ਸ਼ੁਭ ਅਮਲ ਪੱਲੇ ਨਹੀਂ ਹੋਣਗੇ। ਤੋ ਸ਼ਾਹ ਸਰਫ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਉਂਕਿ ਸ਼ਾਹ ਸਰਫ ਉਹ ਵੀ ਫਕੀਰ ਸੀ, ਨਾ ਸ਼ਾਹ ਸਰਫ ਸੀ। ਜਦੋਂ ਮਿਲਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਖਿੜ ਗਿਆ ਉਸ ਦਾ ਮਨ ਤੇ ਕੁਝ ਸਵਾਲ ਉਸਨੇ ਕੀਤੇ। ਫਕੀਰੀ ਦਾ ਸਵਾਲ ਵੀ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ, ਕਿ ਫਕੀਰ ਦੁਨੀਆ ਤੋਂ ਨਾ ਉਮੀਦ ਕਿਉਂ ਹੈ, ਦੁਨੀਆ ਨਾਲੋਂ ਫਕੀਰ ਨੇ ਮਨ ਕਿਉਂ ਮੋੜਿਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਨਮ ਸਾਖੀ ਦੀ ਜਿਹੜੀ ਲੈਂਗੁਏਜ ਹੈ ਉਹ ਥੋੜੀ ਭਾਰੀ ਹੈ। ਉਹਨੂੰ ਜੇ ਉਸੇ ਤਰ੍ਹਾਂ ਪੜਾਂਗਾ ਤਾਂ ਸਾਰਿਆਂ ਦੇ ਸਮਝ ਵਿੱਚ ਥੋੜੀ ਕਠਿਨਾਈ ਆਵੇਗੀ। ਅਵਲ ਫਕੀਰੀ ਅਵਲ ਸ਼ੁਮਾਰਾ में ਪੁਰਸਮ ਈ ਸੁਖਨਾਰਾ। ਸੋ ਦਾਸ ਕਥਾ ਕਰਦਾ ਜਾ ਰਿਹਾ ਹੈ ਤਾਂ ਕਿ ਸਾਰਿਆਂ ਨੂੰ ਸਮਝ ਪੈ ਜਾਵੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ, ਆ ਰੱਬ ਵੱਲੋਂ ਮਿਲੇ ਹੋਏ ਜਿਹੜੇ ਵਾਲ ਹਨ, ਕੇਸ ਹਨ, ਇਹਨਾਂ ਨੂੰ ਲੋਕ ਮੁੰਡਾ ਦਿੰਦੇ ਹਨ, ਮੁਨਾ ਦਿੰਦੇ ਹਨ। ਇਹ ਵੀ ਸ਼ਾਮਲ ਹੈ ਵਿੱਚ ਫਕੀਰੀ ਦੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ, ਅੰਗ ਹੈ 127, ਜੋ ਮਨੁਆ ਮੁੰਡੇ ਤਬ ਵਲੀ ਕਹਾਏ। ਜਿਹੜਾ ਆਪਣੇ ਮਨ ਨੂੰ ਮੁੰਨੇ, ਜਿਵੇਂ ਘਰਾਂ ਦੇ ਵਿੱਚ, ਗਾਰਡਨਾਂ ਦੇ ਵਿੱਚ, ਆਪਣੇ ਬਗੀਚਿਆਂ ਦੇ ਵਿੱਚ ਜਿਹੜੇ ਮਾਲੀ ਹਨ, ਛਾਂਗ ਦਿੰਦੇ ਹਨ, ਕੱਟ ਦਿੰਦੇ ਹਨ। ਜੋ ਵਾਧਾ ਘਾਟਾ ਹੈ, ਕਿੰਨੀ ਸੋਹਣੀ ਫੁਲਵਾੜੀ ਬਣ ਜਾਂਦੀ ਹੈ, ਵਾਧ ਘਾਟ ਸਾਰੀ ਕੈਂਚੀ ਨਾਲ ਕੱਟ ਦਿੰਦੇ ਹਨ ਉਹਨਾਂ ਬੂਟਿਆਂ ਦੀ। ਤੇ ਮੈਂ ਜਿੰਨੀ ਵਾਧ ਘਾਟ ਹੈ ਇਸ ਮਨ ਤੇ, ਪਾਪਾਂ ਦੀ, ਅਪਰਾਧਾਂ ਦੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਉਹਨੂੰ ਕੱਟ ਕੇ ਸੋਹਣੀ ਬਣਾ ਦਿੰਦੇ ਹਨ, ਜਿਹਦੇ ਨਾਲ ਇਹ ਮਨ ਸੋਹਣਾ ਲੱਗੇ, ਆਪਣੇ ਗੁਰੂ ਦੇ ਨਾਲ ਜੁੜਿਆ ਰਵੇ, ਅਕਾਲ ਪੁਰਖ ਜੀ ਦੇ ਨਾਲ ਜੁੜਿਆ ਰਵੇ, ਰੱਬ ਦੇ ਨਾਲ, ਖੁਦਾ ਦੇ ਨਾਲ ਜੁੜਿਆ ਰਵੇ। ਐ ਸ਼ਾਹ ਸਰਫ ਜਿਹੜਾ ਮਨ ਨੂੰ ਬੁਰਿਆਂ ਪਾਸਿਆਂ ਵੱਲੋਂ ਮੁੰਨ ਲੈਂਦਾ ਹੈ, ਛਾਂਗ ਲੈਂਦਾ ਹੈ, ਉਹ ਵਲੀ ਕਹਾਉਂਦੇ ਹਨ। ਜੋ ਮਨੁਆ ਮੁੰਡੇ ਤਬ ਵਲੀ ਕਹਾਏ। ਬਿਨ ਮਨ ਮੁੰਡੇ ਜੁਗਤ ਨ ਪਾਏ। ਜਿੰਨਾ ਚਿਰ ਮਨ ਨਹੀਂ ਮੁੰਨਿਆ ਜਾਂਦਾ ਉਹਨਾਂ ਚਿਰ ਖੁਦਾ ਦੇ ਘਰ ਦਾ ਰਾਹ ਨਹੀਂ ਮਿਲਦਾ। ਰੱਬ ਦਾ ਨਾਮ ਇਹ ਮਨ ਨਹੀਂ ਜਪ ਸਕਦਾ। ਉਸ ਪਰਮਾਤਮਾ ਨਾਲ, ਪਰਮੇਸ਼ਵਰ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇਹ ਸ਼ਾਹ ਸਰਫ ਨਹੀਂ ਜੁੜ ਸਕਦਾ। ਇਹਨੂੰ ਜੁਗਤੀ ਨਹੀਂ ਲੱਭ ਸਕਦੀ, ਇਹਨੂੰ ਢੰਗ ਨਹੀਂ ਲੱਭ ਸਕਦਾ, ਇਹਨੂੰ ਤਰੀਕਾ ਨਹੀਂ ਲੱਭ ਸਕਦਾ। ਭਗਤ ਕਬੀਰ ਜੀ ਨੇ ਵੀ ਹੁਕਮ ਕੀਤੇ ਹਨ, ਕਬੀਰ ਮਨ ਮੁੰਡਿਆ ਨਹੀਂ। ਐ ਕਬੀਰ ਮਨ ਨੂੰ ਤੇ ਮੁੰਨਿਆ ਨਹੀਂ। ਕੇਸ ਮੁੰਡਾਏ ਕਾਏ, ਤੇ ਕੇਸਾਂ ਨੂੰ ਕਿਉਂ ਐਵੇਂ ਵਿਚਾਰਿਆਂ ਨੂੰ ਮੁੰਨ ਛੱਡਿਆ। ਵਾਹਿਗੁਰੂ ਦੀ ਜਿਹੜੀ ਸਾਬਤ ਸੂਰਤ ਸੀ ਉਹਨੂੰ ਕਿਉਂ ਭੰਨ ਦਿੱਤਾ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡਾ ਜਾਏ। ਜਿਹੜਾ ਜੋ ਕੁਝ ਵੀ ਪਾਪ ਅਪਰਾਧ ਬੁਰਾ ਭਲਾ, ਜੋ ਕੁਝ ਵੀ ਮੰਦਾ ਚੰਗਾ, ਜੋ ਵੀ ਕਰਮ ਜ਼ੁਲਮ ਆਦ ਕੀਤੇ ਹਨ ਉਹ ਮਨ ਨੇ ਕੀਤੇ ਹਨ। ਇਹਨਾਂ ਵਾਲਾਂ ਨੂੰ, ਇਹਨਾਂ ਕੇਸਾਂ ਨੂੰ ਕਿਉਂ ਮੁੰਨ ਛੱਡਿਆ ਹੈ। ਤਾਈਓ ਤੇ ਭਗਤ ਕਬੀਰ ਸਾਹਿਬ ਜੀ ਦੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡਾ ਜਾਏ। ਇਹਨਾਂ ਵਿਚਾਰਿਆਂ ਨੂੰ
ਐਵੇਂ ਮੁੰਨ ਛੱਡਿਆ, ਇਹਨਾਂ ਨੂੰ ਐਵੇਂ ਹੀ ਮੁੰਨ ਛੱਡਿਆ, ਵਾਲਾਂ ਨੂੰ, ਕੇਸਾਂ ਨੂੰ। ਜੋ ਮਨੁਆ ਮੁੰਡੇ ਤਬ ਵਲੀ ਕਹਾਏ, ਮਨ ਨੂੰ ਮੁੰਨੇ ਬੁਰਿਆਂ ਪਾਸਿਆਂ ਤੋਂ, ਛਾਂਗ ਦੇਵੇ ਉਹ ਵਲੀ ਕਹਾਉਂਦਾ ਹੈ। ਬਿਨ ਮਨ ਮੁੰਡੇ ਜੁਗਤ ਨਾ ਪਾਏ, ਤੇ ਬਿਨਾਂ ਮਨ ਨੂੰ ਮੁੰਨਿਆ ਜੁਗਤੀ ਨਹੀਂ ਮਿਲਦੀ ਕਿ ਕਿਵੇਂ ਪਰਮੇਸ਼ਰ ਦਾ ਨਾਮ ਜਪਣਾ ਹੈ, ਕਿਵੇਂ ਪਰਮੇਸ਼ਰ ਨਾਲ ਜੁੜਨਾ ਹੈ। ਮੂੰਡ ਕਾਟ ਗੋਰੇ ਆਗੇ ਧਰੈ, ਸਵਾਲ ਜਵਾਬ ਸ਼ਾਹ ਸਰਫ ਦੇ ਨਾਲ ਜਨਮ ਸਾਖੀ ਭਾਈ ਬਾਲਾ ਜੀ ਵਾਲੀ, पेज है 127 127। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਹੁਕਮ ਕਰਦੇ ਹਨ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪਣਾ ਸੀਸ ਤਾਈਓ ਤੇ ਮੱਥਾ ਟੇਕੀਦਾ ਹੈ, ਉਹ ਸੀਸ ਭੇਟਾ ਹੀ ਕਰਨਾ ਹੀ ਹੁੰਦਾ ਹੈ ਮਹਾਰਾਜ ਦੇ ਚਰਨਾਂ 'ਚ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ, ਤੇ ਉਹਦੇ ਮਨ ਦਾ ਭਾਵ ਇਹ ਹੁੰਦਾ ਹੈ ਕਿ ਸਤਿਗੁਰ ਜੀ ਇਹ ਸਿਰ ਤੁਹਾਡਾ ਹੈ, ਸਤਿਗੁਰ ਆ ਗਏ ਸੀਸ ਭੇਟ ਦਿਓ, ਭੇਟਾ ਰੱਖ ਦਿਓ। ਆ ਪੈਸਿਆਂ ਦੀ ਭੇਟਾ ਹੋਰ ਹੈ, ਚੀਜ਼ਾਂ ਦੀ ਭੇਟਾ ਹੋਰ ਹੈ, ਅਸਲ ਭੇਟਾ ਹੈ ਮੱਥਾ ਲੱਗ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ, ਚਰਨ ਕਮਲਾਂ ਦੇ ਵਿੱਚ ਇੰਜ ਹੋ ਜਾਵੇ। ਮੂੰਡ ਕਾਟ ਗੁਰ ਆਗੇ ਧਰੈ, ਐ ਸ਼ਾਹ ਸਰਫ ਇਹ ਸਿਰ ਦੀਆਂ ਚਤੁਰਾਈਆਂ ਚਲਾਕੀਆਂ, ਜਿੰਨੇ ਵੀ ਕਲੈਵਰ ਟ੍ਰਿਕਸ ਹਨ, ਇਹ ਸਾਰੇ ਛੱਡ ਕੇ ਆਪਣਾ ਸੀਸ ਆਪਣੇ ਗੁਰੂ ਦੇ ਅੱਗੇ ਧਰ ਦੇਵੇ। ਅਕਾਲ ਪੁਰਖ ਜੀ ਨੂੰ, ਵਾਹਿਗੁਰੂ ਜੀ ਨੂੰ, ਪਰਮੇਸ਼ਰ ਜੀ ਨੂੰ ਮਨ ਵਿੱਚ ਵਸਾ ਲਵੇ, ਮਨ ਦੀ ਮੱਤ ਨੂੰ ਤਿਆਗ ਦੇਵੇ, ਗੁਰੂ ਦੀ ਮੱਤ ਨੂੰ ਲੈ ਲਵੇ। ਮਨ ਮਤ ਤਿਆਗ ਗੁਰਮਤ ਲੈ ਤਰੇ, ਮਨ ਦੀ ਮੱਤ ਨੂੰ ਜਿਹੜਾ ਇਹ ਸ਼ਾਹ ਸਰਫ ਤਿਆਗ ਦੇਵੇਗਾ, ਗੁਰੂ ਦੀ ਮੱਤ ਨੂੰ ਜਿਹੜਾ ਲੈ ਲਵੇਗਾ, ਉਹ ਤਰ ਜਾਵੇਗਾ, ਇਸ ਭਵ ਸਾਗਰ ਤੋਂ ਤਰ ਜਾਵੇਗਾ। ਅੱਜ ਵੀ ਜਿਹੜੇ ਗੁਰਸਿੱਖ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦੇ ਹਨ, ਉਹ ਇਸ ਭਵ ਸਾਗਰ ਤੋਂ ਅਡੋਲ ਤਰ ਜਾਂਦੇ ਹਨ। ਨਾਮ ਜਪਦੇ ਹਨ, ਸਤਨਾਮ ਸ੍ਰੀ ਵਾਹਿਗੁਰੂ, ਮੂਲ ਮੰਤਰ ਜਪਦੇ ਹਨ, ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਅੱਗੋਂ ਜੋ ਹੁਕਮ ਕੀਤੇ ਹਨ ਉਹ ਜਪ ਕਰਦੇ ਹਨ। ਜਪ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਵੀ ਸੱਚ। ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਤਨਾਮ ਜੀ ਦਾ ਸਿਮਰਨ ਕਰਦੇ ਹਨ। ਐ ਸ਼ਾਹ ਸਰਫ ਇਹ ਸਿਰ ਭੇਟਾ ਕਰਨਾ ਪੈਂਦਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਅਕਾਲ ਪੁਰਖ ਜੀ ਦੇ ਚਰਨਾਂ ਵਿੱਚ। ਮੂੰਡ ਕਾਟ ਗੁਰ ਆਗੇ ਧਰੈ, ਮਨ ਮਤ ਤਿਆਗ ਗੁਰਮਤ ਲੈ ਤਰੈ। ਮਨ ਮੂੰਡ ਮੁਡਾਏ ਹੋਏ ਸਭ ਰੇਨਾ, ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ। ਇਹ ਮਨ ਅੰਦਰੋਂ ਮੁੰਨਿਆ ਜਾਂਦਾ ਹੈ, ਸਾਧ ਸੰਗਤ ਦੇ ਚਰਨਾਂ ਦੀ ਰੇਣ ਹੋ ਜਾਂਦਾ ਹੈ, ਖਾਕ ਹੋ ਜਾਂਦਾ ਹੈ। ਸੋ ਬੈਰਾਗੀ ਪਰਖੈ ਗੁਰ ਬੈਨਾ, ਇਹੋ ਜਿਹਾ ਬੈਰਾਗੀ ਸ਼ਾਹ ਸਰਫ ਸਤਿਗੁਰੂ ਦੇ ਬਚਨਾਂ ਨੂੰ ਪਰਖ ਲੈਂਦਾ ਹੈ, ਆਪਣੇ ਮਨ ਵਿੱਚ ਟਿਕਾ ਲੈਂਦਾ ਹੈ ਆਪਣਾ। ਐ ਸ਼ਾਹ ਸਰਫ ਮਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ, ਬੁਰਿਆਂ ਪਾਸਿਆਂ ਵਾਲੋਂ ਮੁੰਡਾ ਕੇ, ਕਟਾ ਕੇ ਸਭ ਕੁਝ ਭੈੜਾਪਨ ਕੱਟ ਦਿੰਦਾ ਹੈ, ਤਾਂ ਜਾ ਕੇ ਇਹ ਮਤ ਸੁਮਤ, ਇਹ ਗਤ ਤਰੀਕਾ ਲੱਭਦਾ ਹੈ। ਮਨ ਮੁੰਡਾਏ ਕੀ ਇਹ ਗਤ ਭਾਈ,
को विरला गुरमुख मन मुंडाई। कोई विरला ही गुरु वाला मन नूं मनाउंदा है। इस प्रकार जिवें जिवें शाह सरफ ने, बाला जी हन, मरदाना जी हन, धन 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 गुरु नानक देव सच्चे पातशाह महाराज जी हन। दर्शन सतगुरां दे कर करके, बचन सुन सुन के निहाल हो रहा है। ये जन्म साखी विचों है। सवाल जवाब शाह सरफ दे नाल अंग है 127। अज भी अपना सिर सतगुरां दे धन गुरु ग्रंथ साहिब जी दे चरनां विच रख देना है। चरण कमलां दे विच मत्था लग जावे, जिवें मोर दे अखर तां सोहणे छपदे हन, जे चंगी तरह मोर पैड ते लग जावे फिर सारे अखर उगड़ आउंदे हन। ते जे ढिली जी मोर लाओ ते अखर नहीं छपदे। जे ढिला जिहा एवें मत्था रखो तां किस्मतां नहीं बदलदियां, ਉਹ ताईं बदलदियां हन। ਇਹ ਜਿਹੜਾ सिर मस्तक है, ਇਹ गुरु ਦੇ ਚਰਨਾਂ ਵਿੱਚ, ਧੰਨ गुरु ग्रंथ साहिब जी ਦੇ ਚਰਨਾਂ ਵਿੱਚ टिक जावे, लग जावे, बड़े बड़े आने वाले दुख जड़े हन वो मिट जाते हैं। इस सिर विच किस्मत विच सुख जड़े हैं वो छप जाते हैं। वाहिगुरु सुखां दी छाप जड़ी है वो ला देंदे हैं। होर भी बड़े सवाल किए शाह सरफ ने सतगुरु सच्चे पातशाह महाराज जी के पावन चरणों के विच। सतगुरु जी कृपा करो, मेरा मन बड़ा प्रसन्न हो रहा है। तुसी पूर्ण गुरु हो, तुसी रब वाला अकाल पुरख वाल लगे हुए हो, परमेश्वर खुदा वाल लगे हुए हो। नानक ओह तेड़ा लग है, जेड़ा जेड़ा तुहाडे नाल जुड़ जावेगा ਉਹ भी खुदा दे नाल, रब दे नाल, वाहिगुरु जी दे नाल, परमेश्वर जी दे नाल उहदा जुड़ना लाजमी हो जाएगा। अगों आखण लगा सतगुरु जी मेरे कोल ही रवो, किते ना जावो। आ जिहड़ी फकीरी है ਇਹਦੇ बारे दसो। फक्कर कहावै बंद है द्वारा। दुनिया दे विच लोग फक्कर कहाउंदे हन कि असीं तां रब दे बंदे हां, खुदा दे बंदे हां, अकाल पुरख वाहिगुरु परमेश्वर दे बंदे हां। बंद है द्वारा, असां तां ये जड़े 9 द्वारे हैं इन्हां ते काबू पाया होया है, बंधिया होया है, इन्हां नूं रोकिया होया है। ते शाह सरफ कहण लगे सतगुरु जी फिर ये माया दे नाल इन्हां पसारा क्यों पाउंदे हन? माया संग करे पसारा। फकर कहावै बंद है द्वारा। ते शाह सरफ आखण लगा सतगुरु जी कृपा करो, ये मेरे मन दे सारे भरम जड़े ने मेरे भागां करके तुसीं आ गए हो, ये दूर करते जाओ। सतगुरु सच्चे पातशाह जी कृपा करो, मेरे मन नूं ये जिन्नियां उलझना हन इन्हां विचों कढ दिओ। दुनिया दे लोग फक्कर कहाउंदे हन, कहंदे हन असीं 9 द्वारियां नूं बन्निया होया है। फिर सतगुरु जी माया दा इन्हां ने पसारा क्यों पाया है? फकर कहावे बंद द्वारा। माया संग करे पासारा। फिर माया दा पसारा इन्हां ने क्यों पाया होया है?
ਸਤਿਗੁਰੂ ਜੀ ਸੁਣ ਰਹੇ ਹਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਪੂਰਨ ਸਤਿਗੁਰੂ ਜੀ, ਨਾਨਕ ਗੁਰੂ, ਗੁਰੂ ਹੈ ਪੂਰਾ। ਅੱਜ ਵੀ ਦੁਨੀਆ ਉਹਨਾਂ ਦਾ ਨਾਮ ਲੈ ਕੇ ਅਕਾਲ ਪੁਰਖ ਜੀ ਨਾਲ, ਪਰਮੇਸ਼ਰ ਜੀ ਨਾਲ, ਵਾਹਿਗੁਰੂ ਜੀ ਨਾਲ ਹੀ ਜੁੜ ਰਹੀ ਹੈ, ਕਿਉਂਕਿ ਉਹਨਾਂ ਨੇ ਜੋੜਿਆ ਹੀ ਇੱਕ ਦੇ ਨਾਲ ਹੈ। ਓਅੰਕਾਰ ਜੀ ਦੇ ਨਾਲ ਵੀ ਉਹਨਾਂ ਨੇ ਇੱਕ ਲਾ ਦਿੱਤਾ ਸੀ ਕਿ ਭਾਵੇਂ ਇਹ ਜਿੰਨਾ ਵੀ ਸਰਗੁਣ ਸਰੂਪ ਖਿਲਾਰਾ ਹੈ ਅਕਾਲ ਪੁਰਖ ਜੀ ਦਾ ਪਾਇਆ ਹੋਇਆ, ਉਹ ਪਾਉਣ ਵਾਲੇ ਇੱਕੋ ਹਨ। ਇਸ ਕਰਕੇ ਸਤਿਗੁਰਾਂ ਨੇ ਇੱਕ ਨਾਲ ਜੋੜ ਦਿੱਤਾ, ਦੂਜਾ ਹੋਰ ਕੋਈ ਨਹੀਂ। ਇੱਕ ਓਅੰਕਾਰ ਜੀ ਹਨ, ਉਹ ਇੱਕੋ ਹਨ। ਉਹਨਾਂ ਨੂੰ ਜਪਣਾ ਹੈ ਔਰ ਜਪਾਇਆ ਵੀ ਹੈ ਸਤਿਗੁਰਾਂ ਨੇ। ਸਤਨਾਮ ਦਾ ਚੱਕਰ ਫਿਰਾਇਆ, ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਚੱਕਰ ਲਾਇਆ ਹੈ, ਜਿੱਥੇ ਜਿੱਥੇ ਵੀ ਗਏ ਹਨ, ਪੈਦਲ ਯਾਤਰਾ ਕੀਤੀ ਹੈ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ, ਭਾਈ ਬਾਲਾ ਜੀ ਚਵਰ ਕਰਦੇ ਹਨ। ਇਹ ਜਨਮ ਸਾਖੀ ਵੀ ਜਿਵੇਂ ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਸੁਣਾ ਰਹੇ ਹਨ, ਸੁਲਤਾਨਪੁਰ ਦੇ ਪੈੜਾ ਮੋਖਾ, ਤਿਵੇਂ ਤਿਵੇਂ ਉਹਨਾਂ ਬਚਨਾਂ ਨੂੰ ਉਹਨਾਂ ਨੇ ਕਲਮਬੱਧ ਕਰ ਦਿੱਤਾ ਸੀ, ਜੋ ਅੱਜ ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ, ਜਿੱਥੋਂ ਦਾ ਆਸਰਾ ਆਪ ਸਾਧ ਸੰਗਤ ਨੂੰ ਕਥਾ ਸੁਣਾ ਰਿਹਾ ਹੈ। ਫਕਰ ਕਹਾਵੇ ਬਾਂਦੇ ਦੁਆਰਾ, ਮਾਇਆ ਸੰਗ ਕਰੇ ਪਾਸਾਰਾ। ਫਕਰ ਕਹਾਵੇ ਪਕੜੇ ਲਾਠੀ, ਉਹ ਫਕਰ ਨਹੀਂ ਅਮਰ ਕਾ ਸਾਥੀ। ਫਕਰ ਕਹਾਵੇ ਪਹਿਰੇ ਪੈਜਾਰ, ਸੋ ਉਹ ਕੀ ਜਾਣੇ ਫਕੀਰੀ ਕੀ ਸਾਮ। ਉਹ ਕੀ ਜਾਣੇ ਫਕੀਰੀ ਕੀ ਸਾਰ। ਫਕੀਰੀ ਕੀ ਹੈ? ਉਹ ਅੱਗੋਂ ਜੇ ਸਤਿਗੁਰਾਂ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਭਾਏਗਾ, ਚੰਗਾ ਲੱਗੇਗਾ, ਤਾਂ ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ ਅਗਲੇ ਐਪੀਸੋਡ ਵਿੱਚ ਕਫਨੀ ਕੀ ਹੈ, ਹੱਥ ਵਿੱਚ ਸੋਟੀ ਡੰਡਾ ਕੀ ਹੈ, ਫੋੜੀ ਕੀ ਹੈ, ਗੋਦੜੀ ਕੀ ਹੈ, ਇਹ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋਟੀ ਦਾ, ਫੋੜੀ ਦਾ, ਗੋਦੜੀ ਦਾ, ਹੱਥ ਵਿੱਚ ਜਿਹੜਾ ਭਾਂਡਾ ਫੜਿਆ ਹੋਇਆ ਹੈ ਉਹਦਾ, ਇਹ ਜਿੰਨੇ ਵੀ ਉਪਦੇਸ਼ ਹਨ, ਜੇ ਸਤਿਗੁਰਾਂ ਨੂੰ ਚਾਹਿਆ, ਜਿਹੜੇ ਸ਼ਾਹ ਸਰਫ ਨੇ ਪ੍ਰਸ਼ਨ ਕੀਤੇ, ਸਤਿਗੁਰੂ ਜੀ ਮੈਨੂੰ ਫਕੀਰੀ ਬਾਰੇ ਦੱਸੋ, ਉਹ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਨਮ ਸਾਖੀ ਦੇ ਵਿੱਚ ਅੰਗ ਹੈ 128, 29 ਜੇ ਭਾਗਾਂ ਵਿੱਚ ਹੋਇਆ, ਕਿਉਂਕਿ ਘੜੀ ਦਾ ਪਤਾ ਨਹੀਂ ਪਿਆਰਿਓ। ਹਮ ਆਦਮੀ ਹਾਂ ਇੱਕਦਮੀ, ਐਵੇਂ ਬੰਦਾ ਸੋਚਦਾ ਹੈ ਮੈਂ ਜਿਉਂਦਾ ਰਵਾਂਗਾ, ਮੈਂ ਜਿਉਂਦਾ ਰਵਾਂਗਾ, ਮੈਂ ਜਿਉਂਦਾ ਰਵਾਂਗਾ, ਪਰ ਸਤਿਗੁਰੂ ਜੀ ਕਹਿੰਦੇ ਹਨ ਤੇਰਾ ਸਾਹ ਜੇ ਵਾਪਸ ਨਾ ਆਇਆ ਅੰਦਰ, ਤਾਂ ਤੂੰ ਕਿੱਥੋਂ ਜਿਉਂਦਾ ਰਵੇਂਗਾ। ਹਮ ਆਦਮੀ ਹਾਂ ਇੱਕਦਮੀ, ਇਹਦੀ ਤੇ ਮੋਹਲਤ ਹੀ ਕੋਈ ਨਹੀਂ, ਮੋਹਲਤ ਮੋਹਤ ਨਾ ਜਾਣਾ। ਇਸ ਕਰਕੇ ਨਾਨਕ ਬਿਨਵੈ, ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬੇਨਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ, ਨਾਨਕ ਬਿਨਵੈ ਤੇ ਸਹਿ ਸਰੇਵੋ ਜਾ ਕੇ ਜੀ ਪ੍ਰਾਣਾ। ਇਹ ਪ੍ਰਾਣ ਜਿਹਦੇ ਵਸ ਹਨ, ਉਹਦਾ ਨਾਮ ਜਪੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਪੂਰੇ ਸਤਿਗੁਰੂ ਹੋ। ਸਾਧ ਸੰਗਤ ਵੀ ਪੂਰੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਤਿਗੁਰੂ ਜੀ ਅਤੇ ਸਾਧ ਸੰਗਤ ਜੀ ਦਾਸ ਨੂੰ ਖਿਮਾ ਕਰ ਦੇਣਾ। ਜਨਮ ਸਾਖੀ ਦੀ ਕਥਾ ਕਰਦੇ ਹਾਂ, ਵਿਆਖਿਆ ਕਰਦੇ ਹਾਂ, ਬੜੀਆਂ ਭੁੱਲਾਂ ਹੋ ਜਾਂਦੀਆਂ ਹਨ। ਦਾਸ ਨੂੰ ਮੁਆਫ ਕਰ ਦੇਣਾ, ਖਿਮਾ ਕਰ ਦੇਣਾ। ਵਿੱਚੋਂ ਚੁਣ ਕੇ ਦਾਸਰਾ ਸਾਧ ਸੰਗਤ ਤੱਕ ਜਿਹੜੇ ਗਿਆਨ ਦੇ ਬਚਨ ਹਨ, ਜਿਹੜੇ ਗੁਰਾਂ ਦੇ ਸਤਿਗੁਰਾਂ ਦੇ ਉਹ ਬਚਨ ਹਨ, ਜਿਨ੍ਹਾਂ ਨਾਲ ਮਨ ਨੂੰ ਕੁਝ ਸਮਝ ਪੈ ਜਾਵੇ, ਦਾਸ ਉਨੀ ਕੁ ਕਥਾ ਵਿੱਚੋਂ ਪੜ੍ਹ ਕੇ ਆਪ ਨੂੰ ਸੁਣਾਉਂਦਾ ਹੈ। ਹੋਰ ਵੀ ਬਹੁਤ ਕਥਾਵਾਂ ਹਨ, ਉਹਨਾਂ ਵਿੱਚ ਫਿਰ ਕੋਈ ਕਿਸੇ ਦਾ ਨਾਮ ਆ ਜਾਂਦਾ ਹੈ, ਕੋਈ ਕਿਸੇ ਦਾ ਨਾਮ ਆ ਜਾਂਦਾ ਹੈ। ਕਈ ਗੱਲਾਂ ਐਸੀਆਂ ਹਨ, ਅੱਜ ਕੱਲ੍ਹ ਕਹਿ ਵੀ ਦਿੰਦੇ ਹਨ, ਤੁਸੀਂ ਕੌਣ ਹੁੰਦੇ ਹੋ ਸਾਡਾ ਨਾਂ ਲੈਣ ਵਾਲੇ। ਇਸ ਕਰਕੇ ਜੋ ਗਿਆਨ ਦਿੱਤਾ ਹੈ ਸਤਿਗੁਰਾਂ ਨੇ, ਉਹ ਗਿਆਨ ਹੀ ਦਾਸ ਆਪ ਸਾਧ ਸੰਗਤ ਤੱਕ ਅਤੇ ਆਪਣੇ ਮਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੂਲ ਮੰਤਰ ਵੀ ਜਪਿਆ ਕਰੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜੇ ਆਦ ਵਿੱਚ ਵੀ ਸੱਚ ਹਨ ਵਾਹਿਗੁਰੂ ਜੀ, ਉਹਨਾਂ ਨੂੰ ਜਪੋ। ਇਸ ਜੀਭ ਨਾਲ ਵੀ ਸੱਚ ਬੋਲਣਾ ਸ਼ੁਰੂ ਕਰੋ, ਤਾਂ ਸੱਚ ਦੇ ਰਾਹ ਬੰਦਾ ਚੱਲੇਗਾ। ਸੁੱਚਮ ਰੱਖਣੀ ਪੈਂਦੀ ਹੈ ਜੀਭ ਦੀ ਵੀ, ਸੁੱਚ ਹੋਵੇ ਤਾਂ ਸੱਚ ਪਾਈਏ। ਤੇ ਜੇ ਇਹ ਜੀਭ ਝੂਠੀ ਹੋ ਜਾਵੇ, ਫਿਰ ਸੱਚ ਕਿਵੇਂ? ਝੂਠੀ ਕਰਛੀ ਪਰੋਸਣ ਲੱਗਾ, ਝੂਠੀ ਕੜਛੀ ਨਾਲ ਜੇ ਪ੍ਰਸ਼ਾਦਾ ਘਰ ਦਾ ਵਰਤਾਓ, ਕਿਸੇ ਵੀ ਜੀ ਦਾ ਮਨ ਨਹੀਂ ਕਰਦਾ ਮੈਂ ਖਾਵਾਂ, ਕਿਉਂਕਿ ਕੜਛੀ ਝੂਠੀ ਹੈ। ਇਸ ਜੀਭਾਂ ਨੂੰ ਸੁੱਚਾ ਰੱਖਣਾ ਹੈ, ਸੁੱਚਾ ਖਾਣਾ ਹੈ, ਸੁੱਚਾ ਬੋਲਣਾ ਹੈ, ਤਾਂ ਟਿਕੇਗਾ ਜੀਭਾਂ ਤੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਅੱਗੋਂ ਜੇ ਸਤਿਗੁਰਾਂ ਨੂੰ ਭਾਇਆ ਤੇ ਪੜ੍ਹਾਂਗੇ, ਇਹਨਾਂ ਸਾਰਿਆਂ ਫਕੀਰੀ ਕੱਪੜਿਆਂ ਦੇ, ਚਿੱਪੀਆਂ ਦੇ, ਫੌੜੀਆਂ ਦੇ ਮਤਲਬ ਕੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।